जन्म जन्म की इस मन को मन लागी, काला होआ स्याह। ਇਹ ਹਉਂ ਦੀ ਹੀ ਮੈਲ ਹੈ। ਤੇ ਇਸ ਮੈਲ ਨੂੰ ਧੋਣ ਵਾਸਤੇ ਬਾਹਰ ਕਿਤੇ ਨਹੀਂ ਜਾਣਾ ਹੈ। ਪੁਰਾਤਨ ਸਮੇਂ 'ਚ ਇਹ ਖਿਆਲ ਸੀ ਵੀ ਬਾਹਰ ਕਿਤੇ ਤੀਰਥ ਸਥਾਨ 'ਤੇ ਇਸ਼ਨਾਨ ਕਰਕੇ ਮੈਲ ਧੁੱਪ ਜੂ, ਕਿਉਂਕਿ ਬਾਹਰ ਦੀ ਮੈਲ ਨਹੀਂ ਨਾ ਹੈ। ਤੇ ਇਸ਼ਨਾਨ ਕਰਕੇ ਬਾਹਰੋਂ ਸਰੀਰ ਦਾ ਨਹੀਂ ਧੁੱਪਦੀ, ਇਹ ਅੰਦਰ ਦੀ ਹੈ ਮੈਲ। ਤੇ ਫਿਰ ਦੂਸਰੀ ਗੱਲ ਇਹ ਹੈ, ਖਿਆਲ ਵਿੱਚ ਰੱਖੋ, ਮਾਗ ਮੱਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ। ਉੱਦਾਂ ਤੇ ਮੈਲ ਪਾਣੀ ਨਾ ਧੁੱਪਦੀ, ਸਰੀਰਕ ਮੈਲ, ਕੱਪੜਿਆਂ ਦੀ ਮੈਲ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈ ਹੈ ਉਤੋਂ ਪਾਣੀ ਨਾ ਸਾਬਣ ਨਾ ਧੁੱਪਦੀ। ਪਰ ਇਹ ਜਿਹੜੀ ਮੈਲ ਹੈ ਨਾ, ਇਹ ਧੂੜੀ ਨਾ ਧੁੱਪਦੀ। ਦੇਖੋ, ਪਾਣੀ ਨਾਲ ਨਹੀਂ ਧੁੱਪਦੀ। ਗੁਰਸਿੱਖਾਂ ਕੀ ਹਰ ਧੂੜ ਦੇ ਹਨ, ਪਾਪੀ ਵੀ ਗਤ ਪਾਏ। ਇਹ ਗੁਰਸਿੱਖਾਂ ਦੀ ਧੂੜੀ ਨਾ ਧੁੱਪਦੀ, ਕਿਉਂਕਿ ਵੈਸੀ ਮੈਲ ਨਹੀਂ ਹੈ ਨਾ। ਸਰੀਰ ਨੂੰ ਤੇ ਧੂੜੀ ਦੁਆਰਾ ਮੈਲ ਚੜ੍ਹ ਜਾਵੇਗੀ, ਧੂੜ ਤੁਸੀਂ ਮਲੋਗੇ ਤੇ ਮੈਲਾ ਹੀ ਹੋਵੇਗਾ ਨਾ। ਕਈ ਮਲ ਲੈਂਦੇ ਹਨ ਰਾਖ ਸਰੀਰ ਨੂੰ, ਤੋ ਸੋਚਦੇ ਹਨ ਵੀ ਸ਼ਾਇਦ ਅਸੀਂ ਮਨ ਨੂੰ ਧੂੜ ਮਲ ਲਈਏ। ਮਲਣੇ ਸੀ ਮਨ ਨੂੰ, ਮਨ ਨੂੰ ਧੂੜੀ ਦੇ ਵਿੱਚ ਨਵਾਉਣਾ ਸੀ, ਚਰਨਾਂ ਦੀ ਧੂੜੀ ਦੇ ਵਿੱਚ। ਪਰ ਉਹ ਵੀ ਉਲਟਾ ਹੀ ਕੰਮ ਹੋ ਗਿਆ, ਉਹ ਸਰੀਰ ਨੂੰ ਨਵਾਈ ਜਾਂਦਾ ਧੂੜੀ 'ਚ। ਸਰੀਰ ਨੂੰ ਧੂੜੀ ਦੇ ਵਿੱਚ ਨਵਾਤੇ ਆ। ਸਦੋਂ ਕਈ ਵਾਰਾਂ ਉਲਟਾ ਕੰਮ ਵੀ ਹੁੰਦਾ ਹੈ, ਮਨ ਤੇ ਧੂੜ ਹੋਰ ਜੰਮ ਜਾਂਦੀ ਵੀ ਦੇਖੋ ਹੈ ਕੋਈ ਮੇਰੇ ਵਰਗਾ ਤਿਆਗੀ ਵੈਰਾਗੀ, ਸਵਾਹ ਮਲ ਕੇ ਬੈਠਾ ਨਗਨ। ਉਹਦੇ ਅੰਦਰ ਵੀ ਅਹੰਕਾਰ ਹੁੰਦਾ, ਉਹ ਵੀ ਲੋਕਾਂ ਨੂੰ ਇੱਦਾਂ ਦੇਖਦਾ ਜਿਵੇਂ ਪਾਪੀ ਤੁਰੇ ਫਿਰਦੇ ਹੋਣ। ਧਾਰਮਿਕ ਲੋਕ ਨਾ ਅਕਸਰ ਤੁਸੀਂ ਦੇਖਿਆ ਹੋਵੇਗਾ, ਕੱਟੜਵਾਦੀ ਜਿਹੜੇ ਹੁੰਦੇ ਹਨ, ਉਹ ਜਿਹੜੇ ਅਧਾਰਮਿਕ ਹਨ ਨਾ, ਉਹਨੂੰ ਬੜੀ ਨਫ਼ਰਤ ਦੇ ਨਾਲ ਦੇਖਦੇ ਹਨ, ਜਿਵੇਂ ਗੰਦੀਆਂ ਨਾਲੀਆਂ ਦੇ ਕੀੜੇ ਜਾ ਰਹੇ ਹੋਣ, ਪਾਪੀ ਜਾ ਰਹੇ ਹਨ। ਤੇ ਧਾਰਮਿਕ ਲੋਕ ਜਿਹੜੇ ਧਾਰਮਿਕ ਨਹੀਂ ਹਨ, ਉਹਨਾਂ ਦੀ ਹੱਤਿਆ ਕਰਨ ਨੂੰ ਡਰਦੇ ਵੀ ਨਹੀਂ ਹਨ। ਉਹ ਕਹਿੰਦੇ ਹਨ ਪੁੰਨ ਹੈ, ਕਿਉਂਕਿ ਇਹ ਪਹਿਲਾਂ ਹੀ ਪਾਪੀ ਹਨ। ਪਰ ਪਾਪ ਕੀ ਹੈ? ਪਾਪ ਹੀ ਹਉਂ ਹੈ। ਪਾਪੀ ਤਾਂ ਸਗੋਂ ਉਹ ਜ਼ਿਆਦਾ ਹੈ ਜਿਹੜਾ ਦੂਸਰੇ ਨੂੰ ਪਾਪੀ ਕਹਿ ਰਿਹਾ ਹੈ, ਜਿਹੜਾ ਦੂਸਰੇ ਨੂੰ ਅਧਰਮੀ ਕਹਿ ਰਿਹਾ ਹੈ, ਜਿਹੜਾ ਦੂਸਰੇ ਨੂੰ ਕਾਫਰ ਕਹਿੰਦਾ ਹੈ। ਦਰਅਸਲ ਪਾਪੀ ਤੇ ਉਹ ਹੈ, ਕਿਉਂਕਿ ਉਹਦੇ ਅੰਦਰ ਹਉਂ ਹੈ। ਉਹ ਦੂਸਰੇ ਨੂੰ ਨੀਵਾਂ ਦੇਖ ਰਿਹਾ, ਨੀਚ ਦੇਖ ਰਿਹਾ। ਆਪ ਉਹ ਸ੍ਰੇਸ਼ਟ ਹੈ, ਧਾਰਮਿਕ ਹੈ, ਬੜਾ ਉੱਤਮ ਹੈ, ਬੜਾ ਉੱਤਮ ਜੀਵਨ ਵਾਲਾ ਕਹਿੰਦੇ ਆ ਗੁਰਮੁਖ। ਤੋ ਤੇ ਜ਼ਿਆਦਾ ਪਾਪੀ ਹੋ ਗਿਆ ਨਾ। ਤੇ ਕਈ ਵਾਰ ਤੁਸੀਂ ਦੇਖੋਗੇ ਨਾ, ਬਾਹਰੋਂ ਬਿਲਕੁਲ ਸਧਾਰਨ ਜਿਹਾ ਵਿਅਕਤੀ, ਕੋਈ ਧਾਰਮਿਕ ਵੀ ਨਹੀਂ ਹੈ, ਤੇ ਉਹਦੇ ਅੰਦਰ 'ਚ ਜ਼ਿਆਦਾ ਧਾਰਮਿਕਤਾ ਹੋਊਗੀ, ਪਰ ਬਾਹਰੋਂ ਨਹੀਂ ਤੁਹਾਨੂੰ ਪਤਾ ਲੱਗੇਗਾ। ਤੁਸੀਂ ਤੇ ਬਾਹਰੋਂ ਧਾਰਮਿਕ ਦੇਖਦੇ ਹੋ ਵੀ ਜਿਹੜਾ ਜ਼ਿਆਦਾ ਪਾਠ ਕਰਦਾ, ਪੂਜਾ ਕਰਦਾ, ਧਾਰਮਿਕ ਸਥਾਨ 'ਤੇ ਜਾਂਦਾ, ਮਾਲਾ ਫੇਰਦਾ, ਕੁਛ ਨਾ ਕੁਛ ਕਰਦਾ, ਤੁਸੀਂ ਕਹਿੰਦੇ ਬੜਾ ਧਾਰਮਿਕ। ਪਰ ਜਿਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਹੈ ਨਾ, ਉਹ ਉਲਟੀ ਗੱਲ ਵੀ ਸੋਚਦੇ ਕਈ ਵਾਰ। ਉਹ ਉਹਨਾਂ ਨੂੰ ਜ਼ਿਆਦਾ ਧਾਰਮਿਕ ਕਹਿਣਗੇ, ਜਿਹੜੇ ਸ਼ਾਇਦ ਧਾਰਮਿਕ ਕਰਮ ਨਾ ਕਰਦੇ ਹੋਣ।
ਪਰ ਅੰਦਰੋਂ ਬਹੁਤ ਹੀ ਸਹਿਜ ਅਤੇ ਸਰਲ ਹੋਣ। ਉਹਨਾਂ ਦੇ ਅੰਦਰ ਹੰਕਾਰ ਨਹੀਂ ਹੋਵੇਗਾ, ਤਦੇ ਉਹ ਸਰਲ ਹਨ, ਸਹਿਜ। ਵਿਨਮਰ ਹੈ ਜਿਹੜਾ, ਉਹ ਜ਼ਿਆਦਾ ਧਾਰਮਿਕ ਹੈ। ਅਤੇ ਜ਼ਰੂਰੀ ਨਹੀਂ ਹੈ ਵੀ ਕੋਈ ਵਿਨਮਰ ਹੈ ਤੁਸੀਂ ਬਾਹਰੋਂ ਦੇਖ ਲਵੋ ਵੀ ਉਹ ਹੋ ਸਕਦਾ ਉਹਦੇ ਅੰਦਰ ਹੰਕਾਰ ਹੋਵੇ। ਤੁਸੀਂ ਬਾਹਰੋਂ ਦੇਖ ਕੇ ਨਹੀਂ ਦੱਸ ਸਕਦੇ ਵੀ ਕੌਣ ਧਾਰਮਿਕ ਹੈ। ਇਹੋ ਹੀ ਸਮੱਸਿਆ ਹੈ। ਹਰ ਇੱਕ ਬਾਹਰੋਂ ਹੀ ਨਿਰਣਾ ਕਰਦਾ ਵੀ ਕੌਣ ਧਾਰਮਿਕ ਹੈ। ਜਿੰਨਾ ਚਿਰ ਤੁਸੀਂ ਅੰਦਰ ਨਹੀਂ ਨਾ ਜਾਂਦੇ ਹੋ ਆਪਣੇ, ਤੁਸੀਂ ਨਹੀਂ ਜਾਣਦੇ ਹੋ ਵੀ ਧਰਮ ਕੀ ਹੈ, ਕਿਹਨੂੰ ਧਰਮ ਕਹਿੰਦੇ ਹਨ ਵਾਸਤਵਿਕ ਦੇ ਵਿੱਚ। ਉਹ ਜਿਹੜਾ ਧਰਮ ਬਾਬੇ ਨਾਨਕ ਨੇ ਕਿਹਾ ਹੈ, ਧੌਲ ਧਰਮ ਦਇਆ ਕਾ ਪੂਤ, ਵਾਸਤਵਿਕ ਧਰਮ ਸੰਤੋਖ ਥਾਪ ਰੱਖਿਆ ਜਿਨ ਸੂਤ। ਉਹਨੂੰ ਫਿਰ ਬੁੱਝ ਲੈਂਦਾ ਹੈ ਆਦਮੀ, ਜਿਹੜਾ ਸਮਝ ਲੈਂਦਾ ਹੈ। ਜੇ ਕੋ ਬੁੱਝੇ ਹੋਵੇ ਸਚਿਆਰ, ਉੱਥੇ ਵੀ ਬੁੱਝੇ ਲਿਖਿਆ ਵੇਖੋ। ਕਹਿੰਦੇ ਅਗਰ ਕੋਈ ਧਰਮ ਨੂੰ ਬੁੱਝ ਲਵੇ ਨਾ, ਉਹ ਵੀ ਸਚਿਆਰ ਹੋ ਜਾਂਦਾ। ਦੱਸੋ ਕਿੰਨੀਆਂ ਸਖਾਲੀਆਂ ਗੱਲਾਂ ਕਹੀਆਂ ਹੋਈਆਂ ਹਨ, ਹੈ ਨਾ। ਇੱਥੇ ਕਿਤੇ ਕੋਈ ਲਿਖਿਆ ਹੀ ਨਹੀਂ ਵੀ ਇੰਨੇ ਮਾਲਾ ਫੇਰਦਾ ਹੋਊ ਤਾਂ ਬੁੱਝਦਾ ਹੋਊ, ਇੰਨੇ ਪਾਠ ਕਰਦਾ ਹੋਊ ਤਾਂ ਬੁੱਝਦਾ ਹੋਊ, ਇੰਨੀ ਤਪੱਸਿਆ ਕੀਤੀ ਹੋਊ ਤਾਂ ਬੁੱਝਦਾ ਹੋਊ। ਇੱਥੇ ਸਿੱਧੀਆਂ ਗੱਲਾਂ ਕੀਤੀਆਂ ਹਨ ਬਾਬੇ ਨਾਨਕ ਨੇ। ਉਹ ਕਹਿੰਦੇ ਹਨ ਅਗਰ ਬੁੱਝ ਲਵੇ ਵੀ ਧਰਮ ਕੀ ਹੈ, ਤੋ ਸਚਿਆਰ ਹੋ ਜਾਂਦਾ ਹੈ। ਜਿਹੜਾ ਹਾਂ ਨੂੰ ਬੁੱਝ ਲੈਂਦਾ ਹੈ, ਉਹਨੂੰ ਦਰਵਾਜ਼ੇ ਦਾ ਪਤਾ ਲੱਗ ਜਾਂਦਾ ਹੈ, ਸਹੀ ਦਰਵਾਜ਼ੇ ਦਾ, ਮੁਕਤੀ ਦੇ ਦਰਵਾਜ਼ੇ ਦਾ, ਮੋਕਸ਼ ਦੇ ਦਰਵਾਜ਼ੇ ਦਾ। ਕਿਉਂਕਿ ਹਾਂ ਹੀ ਬੰਧਨ ਹੈ। ਕਿੰਨੀ ਸਹਿਜ ਗੱਲ ਹੈ, ਕਿੰਨੀ ਸਾਫ਼ ਹੈ, ਹਰ ਇੱਕ ਦੀ ਸਮਝ ਵਿੱਚ ਆ ਸਕਦੀ ਹੈ। ਇਹ ਸਮਝਣਾ ਚਾਹੋ ਤੁਸੀਂ, ਹਾਂ ਨਾ ਹੀ ਸਮਝਣਾ ਚਾਹੋ ਤਾਂ ਫਿਰ ਤੁਹਾਨੂੰ ਕੋਈ ਸਮਝਾ ਹੀ ਨਹੀਂ ਸਕਦਾ। ਪਰ ਬਿਲਕੁਲ ਸਾਫ਼ ਸਾਫ਼ ਗੱਲ ਹੈ, ਕੋਈ ਵੰਗ ਵੇਲ ਹੈ ਹੀ ਨਹੀਂ। ਹਾਂ ਨੂੰ ਸਮਝ ਲਓ, ਬੁੱਝ ਲਓ। ਪਹਿਲਾਂ ਤਾਂ ਇਹ ਸਮਝੋ ਵੀ ਹਾਂ ਪੈਦਾ ਕਿਵੇਂ ਹੁੰਦੀ ਹੈ। ਸੰਸਾਰ ਦੇ ਵਿੱਚੋਂ ਪੈਦਾ ਹੁੰਦੀ ਹੈ। ਸੰਸਾਰ ਵੱਲੋਂ ਦਿੱਤੀਆਂ ਗਈ ਜੋ ਦੀਕਸ਼ਾ ਹੈ, ਸ਼ਿਕਸ਼ਾ ਹੈ, ਸੰਸਕਾਰ ਹਨ, ਜੋ ਤੁਹਾਨੂੰ ਕਿਹਾ ਹੈ, ਤੁਹਾਡੇ ਬਾਰੇ ਸਮਝਾ ਦਿੱਤਾ ਹੈ, ਉਹ ਤੁਸੀਂ ਮੰਨ ਲਿਆ ਹੈ। ਉਸ ਖਿਆਲ ਨੂੰ ਅੰਦਰ ਬਿਠਾ ਕੇ, ਉਸ ਪ੍ਰਤਿਮਾ ਨੂੰ ਤੁਸੀਂ ਬਣਾ ਕੇ ਅਤੇ ਬਾਹਰ ਚੱਲਦੇ ਹੋ ਉਸੇ ਹੀ ਸੰਸਾਰ ਵਿੱਚ। ਫਿਰ ਤੁਸੀਂ ਉੱਦਾਂ ਹੀ ਕਾਇਮ ਰਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੀ ਪ੍ਰਤਿਮਾ ਸੰਸਾਰ ਬਣਾਉਂਦਾ ਹੈ। ਫਿਰ ਸੰਸਾਰ ਚਾਹੁੰਦਾ ਹੈ ਜਿਸ ਤਰ੍ਹਾਂ ਦੀ, ਉੱਦਾਂ ਦੀ ਅਗਰ ਤੁਸੀਂ ਕਾਇਮ ਰੱਖਣਾ ਚਾਹੁੰਦੇ ਹੋ, ਤੁਹਾਨੂੰ ਸੰਸਾਰ ਦੇ ਪਿੱਛੇ ਚੱਲਣਾ ਪੈਂਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਬਹੁਤ ਸਾਰੇ ਧਾਰਮਿਕ ਲੋਕ ਸੰਸਾਰਿਕ ਲੋਕਾਂ ਦੇ ਪਿੱਛੇ ਚੱਲਦੇ ਹਨ, ਸਮਾਜਿਕ ਲੋਕਾਂ ਦੇ ਪਿੱਛੇ ਚੱਲਦੇ ਹਨ। ਬਹੁਤ ਸਾਰੇ ਸਾਧੂ ਮਹਾਤਮਾ ਆਪਣੇ ਸ਼ਾਗਿਰਦਾਂ ਦੇ ਪਿੱਛੇ ਚੱਲਦੇ ਹਨ, ਕਿਉਂਕਿ ਉਹਨਾਂ ਦੀ ਅਗਰ ਪ੍ਰਤਿਮਾ ਕਾਇਮ ਰੱਖਣੀ ਹੈ ਉਹਨਾਂ ਨੇ ਆਪਣੀ, ਤਾਂ ਉਹਨਾਂ ਦੀ ਵੀ ਗੱਲ ਮੰਨਣੀ ਪਵੇਗੀ, ਉਹਨਾਂ ਦੇ ਹਿਸਾਬ ਨਾਲ ਚੱਲਣਾ ਪਵੇਗਾ। ਹੁਣ ਇੱਕ ਆਦਮੀ ਆਪਣੇ ਆਪ ਨੂੰ ਪੂਰਾ ਧਾਰਮਿਕ ਦਿਖਾਉਂਦਾ ਹੈ, ਬਾਹਰੋਂ ਸਿੱਧ ਕਰਦਾ ਹੈ ਵੀ ਮੈਂ ਧਾਰਮਿਕ ਸਾਧੂ ਪੁਰਸ਼ ਹਾਂ, ਸੰਤ ਪੁਰਸ਼ ਹਾਂ। ਉਹਨੂੰ ਖਿਆਲ ਵਿੱਚ ਰੱਖ ਕੇ ਲੋਕ ਉਹਦੀ ਪੂਜਾ ਕਰਦੇ ਹਨ ਵੀ ਇਹ ਸੰਤ ਪੁਰਸ਼। ਤੋ ਆਪਣੀ ਸੰਤਤੀ ਨੂੰ ਜੋ ਬਾਹਰੋਂ ਉਹਨੇ ਕਾਇਮ ਕੀਤੀ ਹੋਈ ਹੈ, ਜੋ ਸਰੂਪ ਬਣਾਇਆ ਹੈ ਜਿਸ ਢੰਗ ਦਾ, ਉਹਨੂੰ ਕਾਇਮ ਰੱਖੇਗਾ ਤਾਂ ਉਹਨੂੰ ਹੋਰ ਨਿਖਾਰੇਗਾ, ਲੋਕਾਂ ਨੂੰ ਹੋਰ ਸਮਝਾਵੇਗਾ ਵੀ ਮੈਂ ਬਿਲਕੁਲ ਠੀਕ ਹਾਂ, ਅਤੇ ਆਪਣੇ ਆਪ ਨੂੰ ਸਿੱਧ ਕਰੇਗਾ। ਤਾਂ ਉਸੇ ਖਿਆਲ ਨੂੰ ਰੱਖ ਕੇ ਮੁੱਖ ਬੋਲੇਗਾ ਵੀ ਉਹ ਬਾਹਰ। ਜਿਹੜੇ ਉਹ ਧਰਮ 'ਚ ਹੋਇਆ, ਜਿਹੜੇ ਮਜ਼ਹਬ 'ਚ ਹੋਇਆ, ਜਿਹੜੇ ਢੰਗ ਨਾਲ ਜੀ ਰਿਹਾ ਹੈ, ਜਿਹੜੀ ਸੰਪਰਦਾ ਦੇ ਵਿੱਚ ਹੈ, ਉਹ ਕਹੇਗਾ ਇਹੋ ਹੀ ਠੀਕ ਹੈ। ਉਹ ਆਪਣੇ ਹੰਕਾਰ ਨੂੰ ਹੀ ਪੁਸ਼ਟ ਕਰਦਾ ਰਹੇਗਾ। ਅਤੇ ਬਹੁਤ ਸਾਰੇ
ਧਾਰਮਿਕ ਲੋਕ ਪ੍ਰਚਾਰਕ ਕਰ ਰਹੇ ਹਨ ਇੱਦਾਂ ਹੀ। ਉਹ ਆਪਣੇ ਆਪ ਨੂੰ ਸਿੱਧ ਕਰਦੇ ਹਨ, ਭਾਵੇਂ ਕਹਿਣ ਅਸੀਂ ਵੀ ਗੁਰੂ ਨਾਲ ਜੋੜਦੇ ਹਾਂ, ਜਿਵੇਂ ਸਿੱਖ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ। ਨਹੀਂ, ਆਪਣੀ ਗੱਲ ਹੀ ਸਿੱਧ ਕਰਦੇ ਹਨ। ਉਹਦੇ ਵਿੱਚ ਉਹ ਪ੍ਰਮਾਣ ਵੈਸੇ ਹੀ ਦੇਣਗੇ ਜੈਸੇ ਉਹਨਾਂ ਨੂੰ ਚੰਗੇ ਲੱਗਦੇ ਹਨ। ਅਤੇ ਉਹ ਆਪਣੀ ਪ੍ਰਤਿਮਾ ਬਣਾਉਂਦੇ ਹਨ, ਕਿਉਂਕਿ ਉਹਨਾਂ ਨੂੰ ਸੁਣਨ ਵਾਲੇ ਜ਼ਿਆਦਾ ਹੋਣਗੇ, ਜ਼ਿਆਦਾ ਉਹਨਾਂ ਦੇ ਨਾਲ ਜੁੜਨਗੇ, ਤਾਂ ਹੀ ਉਹਨਾਂ ਦੀ ਜਿਹੜੀ ਪ੍ਰਤਿਮਾ ਹੈ ਉਹ ਕਾਇਮ ਰਹੇਗੀ। ਹਸਤੀ ਅਤੇ ਹਸਤੀ ਜਿਹੜਾ ਹੈ ਨਾ, ਉਹਨੂੰ ਕਾਇਮ ਰੱਖਦਾ ਹੈ ਆਦਮੀ ਬਾਹਰੋਂ ਸੰਸਾਰ ਦੇ ਵਿੱਚੋਂ। ਅਤੇ ਜਿਵੇਂ ਕੱਲ੍ਹ ਕਿਹਾ ਸੀ ਨਾ ਵੀ ਛੂਤ ਦਾ ਰੋਗ ਹੈ, ਜਿਵੇਂ ਇਹ ਕੋਰੋਨਾ ਵਾਇਰਸ ਬਿਮਾਰੀ ਛੂਤ ਦੁਆਰਾ ਜ਼ਿਆਦਾ ਫੈਲਦੀ ਹੈ, ਇੱਦਾਂ ਹੀ ਇਹ ਜਿਹੜੀ ਹਉਂ ਹੈ ਨਾ, ਇਹ ਵੀ ਸੰਸਾਰ ਦੇ ਵਿੱਚ ਜ਼ਿਆਦਾ ਫੈਲਦੀ ਹੈ। ਫਿਰ ਦੂਸਰੀ ਗੱਲ ਹੈ, ਸੰਸਾਰ ਨੂੰ ਛੱਡ ਕੇ ਚਲੇ ਜਾਓ ਨਾ, ਇੱਕਦਮ ਨਹੀਂ ਮਿਟ ਜਾਂਦੀ, ਕਿਉਂਕਿ ਇਹ ਬਿਮਾਰੀ ਬਹੁਤ ਲੰਬੀ ਹੈ, ਜਨਮ ਦਰ ਜਨਮ ਚੱਲੀ ਆਈ, ਬਹੁਤ ਪੁਰਾਤਨ ਹੈ, ਬਹੁਤ ਸਨਾਤਨ ਹੈ, ਬਹੁਤ ਗਹਿਰੀ ਹੈ, ਗਹਿਰੀਆਂ ਜੜ੍ਹਾਂ ਹਨ ਇਹਦੀ। ਇਸ ਕਰਕੇ ਜਾਂਦੇ ਨਹੀਂ। ਸੰਸਾਰ ਛੱਡ ਕੇ ਵੀ ਜਿਹੜੇ ਗਏ ਹਨ ਨਾ, ਉਹਨਾਂ ਨੂੰ ਬਹੁਤ ਭਟਕਣਾ ਪਿਆ, ਜੰਗਲਾਂ 'ਚ, ਬੀਆਬਾਨ, ਪਹਾੜਾਂ 'ਚ। ਫਿਰ ਵੀ ਕਿਸੇ ਕਿਸੇ ਦੀ ਗਈ ਹੈ, ਸਾਰਿਆਂ ਦੀ ਫਿਰ ਵੀ ਨਹੀਂ ਗਈ, ਕਿਉਂਕਿ ਬਹੁਤ ਗਹਿਰੀ ਹੈ। ਆਪਣੇ ਆਪ ਮਿਟਾਉਣਾ ਇਹਨੂੰ ਬਹੁਤ ਕਠਿਨ ਹੈ, ਖਿਆਲ ਵਿੱਚ ਰੱਖਣਾ। ਲੇਕਿਨ ਹੰਕਾਰੀ ਆਦਮੀ ਆਪਣੇ ਆਪ ਮਿਟਾਉਣਾ ਚਾਹੇਗਾ, ਇਹ ਵੀ ਗੱਲ ਸਮਝਣ ਯੋਗ ਹੈ। ਜਿੰਨਾ ਜ਼ਿਆਦਾ ਕਿਸੇ 'ਚ ਹੰਕਾਰ ਹੋਵੇਗਾ ਨਾ, ਉਹ ਦੂਸਰੇ ਦੀ ਗੱਲ ਘੱਟ ਮੰਨੇਗਾ। ਉਹ ਕਹੇਗਾ ਵੀ ਮੈਂ ਆਪਣੇ ਆਪ ਮੁਕਤ ਨਹੀਂ ਹੋ ਸਕਦਾ, ਮੈਂ ਖੁਦ ਆਪਣੇ ਮਨ ਨੂੰ ਨਹੀਂ ਮਾਰ ਸਕਦਾ, ਮੈਂ ਇਕਾਗਰ ਨਹੀਂ ਕਰ ਸਕਦਾ, ਮੈਂ ਕਿਉਂ ਝੁਕਾਉਂ ਨਾ ਅੱਗੇ ਅੱਗੇ ਦੂਸਰੇ ਦੇ ਅੱਗੇ, ਮੈਂ ਕਿਉਂ ਸਮਰਪਣ ਕਰਾਂ। ਜਿੰਨਾ ਜ਼ਿਆਦਾ ਹੰਕਾਰੀ ਹੋਵੇਗਾ, ਅਤੇ ਗੱਲ ਉਲਟੀ ਹੋਵੇਗੀ, ਜਿਹੜਾ ਇਹੋ ਜਿਹਾ ਹੰਕਾਰੀ ਹੋਵੇਗਾ ਉਹਦੀ ਹਉਂ ਕਦੇ ਮਰੇਗੀ ਨਹੀਂ। ਐਸੇ ਲੋਕ ਹੀ ਜ਼ਿਆਦਾ ਧਾਰਮਿਕ ਜਿਹੜੇ ਹਨ ਉਹ ਭਟਕਦੇ ਹਨ। ਉਹ ਜ਼ਿਆਦਾ ਪੜ੍ਹੇ ਲਿਖੇ ਹੁੰਦੇ, ਵਿਚਾਰਕ ਹੁੰਦੇ, ਪ੍ਰਚਾਰਕ ਹੁੰਦੇ, ਉਹਨਾਂ ਨੂੰ ਹੀ ਪੁਰਾਣੇ ਸਮੇਂ 'ਚ ਪੰਡਿਤ ਕਹਿੰਦੇ ਸਨ। ਅਤੇ ਇਹਨਾਂ ਨੂੰ ਖਿਆਲ ਹੁੰਦਾ ਹੈ ਅਸੀਂ ਕਿਸੇ ਦੀ ਗੱਲ ਕਿਉਂ ਮੰਨੀਏ, ਅਸੀਂ ਆਪ ਨਹੀਂ ਖੋਜ ਸਕਦੇ, ਰੱਬ ਸਾਡੇ ਅੰਦਰ ਹੈ ਅਤੇ ਅਸੀਂ ਆਪ ਖੋਜ ਲਾਂਗੇ। ਅਸੀਂ ਕਿਸੇ ਅੱਗੇ ਝੁਕੀਏ, ਜਿਹੜਾ ਇੰਨੇ ਨੇੜੇ ਹੈ ਉਹਨੂੰ ਅਸੀਂ ਆਪ ਖੋਜਾਂਗੇ, ਆਪ ਪਾਲਾਂਗੇ। ਅਸੀਂ, ਸਾਨੂੰ ਇੰਨਾ ਗਿਆਨ ਹੈ, ਇੰਨੀ ਸਮਝ ਹੈ ਰੱਬ ਬਾਰੇ, ਕਿਉਂ ਨਾ ਪਾਵਾਂਗੇ। ਉਹੋ ਹੀ ਭਟਕ ਜਾਂਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਹੰਕਾਰ ਹੈ, ਹਉਂ ਹੈ। ਅਤੇ ਜਿੰਨੀ ਹਉਂ ਜ਼ਿਆਦਾ ਹੋਵੇਗੀ, ਓਨਾ ਹੀ ਆਦਮੀ ਝੁਕਣਾ ਨਹੀਂ ਚਾਹੇਗਾ। ਜਿਹੜਾ ਝੁਕ ਜਾਵੇਗਾ, ਜੇ ਕਿਤੇ ਝੁਕਿਆ ਆਪਾਂ ਨੂੰ ਰੱਬ ਮਿਲਦਾ ਹੋਵੇ, ਝੁਕਿਆ ਰੱਬ ਮਿਲਦਾ ਹੋਵੇ, ਤਾਂ ਝੁਕਣਾ ਮਾੜਾ ਹੈ। ਦਰਅਸਲ ਸੰਸਾਰਿਕ ਲੋਕ ਤਾਂ ਆਮ ਕਹਿੰਦੇ ਹਨ ਵੀ ਅਗਰ ਤੁਹਾਨੂੰ ਕੋਈ ਗਰਜ ਹੈ ਨਾ, ਤਾਂ ਸੰਸਾਰਿਕ ਆਦਮੀ ਨੂੰ ਗਰਜ ਹੁੰਦੀ ਹੈ ਜਦੋਂ, ਤਾਂ ਉਦੋਂ ਕਹਿੰਦਾ ਹੈ ਵੀ ਗਧੇ ਨੂੰ ਵੀ ਬਾਪ ਬਣਾ ਲਓ, ਤਾਂ ਕੀ ਹੋਇਆ। ਗਰਜ ਤਾਂ ਪੂਰੀ ਕਰੋ, ਲੋੜ ਤਾਂ ਪੂਰੀ ਕਰੋ, ਹੱਥ ਜੋੜ ਦਿਓ ਕਿਸੇ ਦੇ ਸਾਹਮਣੇ, ਪੈਰੀ ਹੱਥ ਲਾ ਦਿਓ, ਮੱਥਾ ਟੇਕ ਦਿਓ, ਆਪਣੀ ਲੋੜ ਪੂਰੀ ਕਰ ਲਓ। ਕਹਿੰਦੇ ਹੀ ਹਨ ਵੀ ਥੋੜ੍ਹੀ ਦੇਰ ਵਾਸਤੇ ਕੋਈ ਨਹੀਂ, ਛੱਡ ਦਿਓ ਆਪਣੇ ਹੰਕਾਰ ਨੂੰ, ਹੋ ਜਾਓ ਵਿਨਮਰ, ਝੁਕ ਜਾਓ, ਗਰਜ ਪੂਰੀ ਹੋ ਜਾਊਗੀ, ਬਾਅਦ 'ਚ ਫਿਰ ਦੇਖੀ ਜਾਊਗੀ। ਤਾਂ ਗਰਜ ਵਾਸਤੇ ਝੁਕਦੇ ਹਨ। ਜਿਵੇਂ ਕਿਹਾ ਹੈ ਨਾ, ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾ। ਜਿਵੇਂ ਅਪਰਾਧੀ ਹੈ ਨਾ, ਬੜਾ ਨਿਵਦਾ ਹੈ, ਕਾਹਦੇ ਵਾਸਤੇ, ਸ਼ਿਕਾਰ ਵਾਸਤੇ। ਕੋਈ ਮੱਥਾ ਥੋੜ੍ਹੀ ਟੇਕ ਰਿਹਾ ਹੈ, ਕੋਈ ਡੰਡਵੋਤ ਥੋੜ੍ਹੀ ਕਰਦਾ। ਕਈ ਲੋਕ ਇੱਦਾਂ ਹੀ ਝੁਕਦੇ ਹਨ ਗਰਜ ਪੂਰੀ ਕਰਨ ਵਾਸਤੇ। ਮਹਾਤਮਾ ਅੱਗੇ ਉਹ ਅੱਗੋਂ ਵੀ ਇਵੇਂ ਝੁਕਦੇ ਹਨ ਕਈ।
ਕਿਰਪਾ ਕਰਿਓ ਜੀ, ਮਿਹਰ ਕਰਿਓ ਜੀ, ਮਿਹਰ ਭਰਿਆ ਹੱਥ ਰੱਖੋ ਜੀ ਸਾਡੇ ਸਿਰ। ਕਾਰੋਬਾਰ ਚੱਲਦੇ ਰਹਿਣ, ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਤੇ ਸਾਡੀ ਗਰਜ ਪੂਰੀ ਹੁੰਦੀ ਰਹੇ, ਕਿਰਪਾ ਕਰਿਓ। ਤੇ ਉਹ ਝੁਕ ਰਹੇ ਹਨ, ਫਿਰ ਵੀ ਝੁਕ ਥੋੜ੍ਹੀ ਰਹੇ ਹਨ। ਤੇ ਐਸਾ ਜਿਹੜਾ ਝੁਕਣਾ ਹੈ, ਉਹ ਝੁਕਣਾ ਥੋੜ੍ਹੀ ਹੋਇਆ। ਉਹ ਤੇ ਆਪਣੇ ਹੰਕਾਰ ਵਾਸਤੇ ਹੀ ਆਦਮੀ ਝੁਕ ਰਿਹਾ। ਜਿਵੇਂ ਕੋਈ ਮਨਿਸਟਰ ਬਣਨ ਵਾਸਤੇ ਆਣ ਕੇ ਝੁਕਦਾ ਹੈ ਨਾ, ਵੀ ਮਹਾਰਾਜ ਜੀ ਕਿਰਪਾ ਕਰੋ, ਮੈਂ ਐਰਕੀ ਇਲੈਕਸ਼ਨ ਜਿੱਤ ਜਾਵਾਂ। ਉਹ ਹੰਕਾਰ ਵਾਸਤੇ ਹੀ ਝੁਕ ਰਿਹਾ ਹੈ। ਹੁਣ ਇਲੈਕਸ਼ਨ ਜਿੱਤ ਗਿਆ, MP ਬਣ ਗਿਆ, ਤੇ ਉਹ ਸਾਰਿਆਂ 'ਤੇ ਹਕੂਮਤ ਕਰੂਗਾ। ਤੇ ਉਹਦੀ ਹੰਕਾਰ ਦੀ ਪੂਰਤੀ ਹੈ। ਜਿਹੜਾ ਹੁਣ ਆਸ਼ੀਰਵਾਦ ਦੇਊਗਾ ਉਹਨੂੰ, ਤੇ ਉਹਦੇ ਹੰਕਾਰ ਦੀ ਹੀ ਪੂਰਤੀ ਕਰ ਰਿਹਾ ਹੈ ਉਹ ਮਹਾਤਮਾ। ਰਾਜਨੀਤਿਕ ਨੂੰ ਆਸ਼ੀਰਵਾਦ ਦਿੱਤਾ ਜਿਹੜੇ ਮਹਾਤਮਾ ਨੇ ਨਾ, ਉਹ ਮਹਾਤਮਾ ਵੀ ਰਾਜਨੀਤਿਕ ਹੀ ਹੋਊਗਾ। ਕਿਉਂਕਿ ਹੰਕਾਰੀ ਵਾਸਤੇ, ਹੰਕਾਰ ਨੂੰ ਵਧਾਉਣ ਵਾਸਤੇ ਆਸ਼ੀਰਵਾਦ ਦੇ ਰਿਹਾ। ਇਹ ਤਾਂ ਇਉਂ ਹੋ ਗਿਆ ਕੋਈ ਜ਼ਹਿਰ ਖਾਣ ਵਾਸਤੇ ਜਾ ਰਿਹਾ ਹੋਵੇ, ਤੁਸੀਂ ਆਸ਼ੀਰਵਾਦ ਦੇ ਦਿਓ। ਮੇਰੇ ਕੋਲ ਵੀ ਇੱਦਾਂ ਹੋਇਆ, ਇੱਕ ਵਾਰ ਰਾਜਨੀਤਿਕ ਆ ਗਿਆ ਸੀ। ਮੈਂ ਕਿਹਾ ਜੇ ਆਇਆ ਤਾਂ ਹਾਰ ਜਾਏਗਾ, ਕਿਉਂਕਿ ਮੈਂ ਕਿਉਂ ਦੇਵਾਂ ਆਸ਼ੀਰਵਾਦ, ਮੈਂ ਕਿਸੇ ਨੂੰ ਖੂਜ ਧੱਕਾ ਦੇਵਾਂ, ਕਿਸੇ ਨੂੰ ਜ਼ਹਿਰ ਖਵਾਉਣੀ। ਕਈ ਸੰਸਾਰਿਕ ਲੋੜਾਂ ਵਾਸਤੇ ਆ ਜਾਂਦੇ ਹਨ ਨਾ, ਉਹਨਾਂ ਨੂੰ ਮੈਂ ਇਹੋ ਕਹਿਣਾ ਵੀ ਇਹਦਾ ਮਤਲਬ ਤਾਂ ਇਹੋ ਹੋਇਆ ਵੀ ਮੈਂ ਤੁਹਾਨੂੰ ਜ਼ਹਿਰ ਖਵਾਵਾਂ। ਇਹ ਤਾਂ ਜ਼ਹਿਰ ਹੈ। ਇਹ ਵੇ ਸੰਗੰਧਲਾਂ ਧਰੀਆਂ ਖੰਡ ਲਿਵਾੜ। ਮੈਂ ਤੈਨੂੰ ਕਹਿੰਦਾ ਜ਼ਹਿਰ ਨੂੰ ਛੱਡੋ, ਸੰਸਾਰ ਨੂੰ ਛੱਡੋ। ਤੁਸੀਂ ਸੰਸਾਰ ਮੰਗਣ ਵਾਸਤੇ ਮੇਰੇ ਕੋਲ ਆ ਰਹੇ ਹੋ, ਝੂਠ ਮੰਗਣ ਵਾਸਤੇ ਆ ਰਹੇ ਹੋ। ਇੱਧਰ ਜਦੋਂ ਸੱਚ ਮਿਲ ਰਿਹਾ ਹੈ ਤੁਹਾਨੂੰ, ਤੇ ਸੱਚ ਲੈ ਲਓ ਹਾਂ। ਤੁਸੀਂ ਕਿਉਂ ਕੰਜੂਸੀ ਕਰਦੇ ਹੋ? ਜਿੱਥੇ ਸੱਚ ਮਿਲ ਰਿਹਾ ਹੋ ਤੇ ਤੁਸੀਂ ਝੂਠ ਮੰਗਦੇ ਹੋ। ਕੁਛ ਤੇ ਸ਼ਰਮ ਕਰੋ, ਕੁਛ ਤੇ ਅਕਲ ਕਰੋ ਮੂਰਖੋ। ਜਿੱਥੇ ਸੱਚ ਮਿਲ ਰਿਹਾ ਹੈ ਨਾ, ਤਾਂ ਉੱਥੇ ਸੱਚ ਲੈ ਲਓ। ਰਾਮ ਨਾਮ ਦੀ ਲੁੱਟ ਲੁੱਟ ਲਓ।